ज्ञान ध्यान किश कर्म न जाना, नाहिन निर्मल करनी। साध संगत कै अंचल लावहो, बिखम नदी जाए तरनी। वाहिगुरु जी का खालसा, वाहिगुरु जी की फतेह। गुरु सवारियो, गुरु अर्जन साहिब पंचम पातशाह तारीख ਦੀ एक ऐसी महान शख्सियत ਹਨ, एक ऐसे रहनुमा ਅਤੇ ਰਹਿਬਰ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਥਾਵੇਂ ਪੰਜਵੀਂ ਜਗ੍ਹਾ ਉੱਤੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸੰਸਾਰ ਨੂੰ, ਸਮਾਜ ਨੂੰ ਅਦੁੱਤੀ ਸੇਧਾਂ ਪ੍ਰਦਾਨ ਕੀਤੀਆਂ ਨੇ। ਜੇ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੁੱਚੇ ਜੀਵਨ ਨੂੰ ਵਿਚਾਰਨ ਦਾ ਯਤਨ ਕਰੀਏ ਤਾਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਬਹੁਤ ਹੀ ਪ੍ਰਭਾਵਸ਼ਾਲੀ ਪੱਖ ਉਘੜ ਕੇ ਸਾਡੇ ਸਾਹਮਣੇ ਆਉਂਦੇ ਹਨ। ਅੱਜ ਦੇ ਇਸ ਵਿਚਾਰ ਦੌਰਾਨ ਅਸੀਂ ਕੇਵਲ ਇੱਕ ਨੁਕਤੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਰੱਖਾਂਗੇ। ਉਹ ਨੁਕਤਾ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਭੱਟ ਕਲਸਹਾਰ ਸਾਹਿਬ ਜੀ ਦਾ ਲਿਖਿਆ ਹੋਇਆ ਇਹ ਵਾਕ, ਜੋ ਕਿ ਭੱਟਾਂ ਦੇ ਸਵਈਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਕ ਨੰਬਰ ਹੈ 1407, ਜਿਸ ਉੱਪਰ ਭੱਟ ਕਲਸਹਾਰ ਸਾਹਿਬ ਜੀ ਦਾ ਸਵਈਆ ਹੈ ਅਤੇ ਸਵਈਏ ਦੀ ਇੱਕ ਪੰਕਤੀ ਹੈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਗੁਰ ਰਾਮਦਾਸ ਘਰ ਕੀਓ ਪ੍ਰਕਾਸ਼ਾ, ਸਕਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਕਲ ਸ਼ਬਦ ਦਾ ਭਾਵ ਹੈ ਭੱਟ ਕਲਸਹਾਰ। ਕਾਵਕ ਤੌਰ ਉੱਤੇ ਕਈ ਵਾਰ ਲਿਖਣ ਵਾਲੇ ਆਪਣੇ ਨਾਮ ਨੂੰ ਛੋਟਾ ਕਰਕੇ ਕਾਵਕ ਮਾਪ ਤੋਲ ਦੇ ਹਿਸਾਬ ਨਾਲ ਲਿਖ ਲੈਂਦੇ ਨੇ। ਇਸ ਕਰਕੇ ਭੱਟਾਂ ਦੇ ਸਵਈਆਂ ਵਿੱਚ ਭੱਟ ਕਲਸਹਾਰ ਸਾਹਿਬ ਜੀ ਦਾ ਸਭ ਤੋਂ ਛੋਟਾ ਨਾਮ ਕਲ ਵੀ ਆਉਂਦਾ ਹੈ। ਤੋ ਭੱਟ ਕਲਸਹਾਰ ਸਾਹਿਬ ਜੀ ਦਾ ਇਹ ਸਵਈਆ ਹੈ ਜਿਸ ਵਿੱਚ ਉਹਨਾਂ ਨੇ ਬੜੀ ਅਹਿਮ ਵਿਚਾਰ ਜਿਹੜੀ ਹੈ ਉਹ ਆਪਣੇ ਸਵਈਏ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ। ਪੰਕਤੀ ਇੱਕ ਬੜੀ ਖਾਸ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰਮਤ ਦੀ ਮਹੱਤਤਾ ਵੀ ਦ੍ਰਿੜ ਕਰਾਈ ਅਤੇ ਗੁਰਮਤ ਦੀ ਮਹੱਤਤਾ ਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਖਸੀਅਤ ਦੀ ਉਸਾਰੀ ਕਿਸ ਮਾਹੌਲ ਵਿੱਚ ਹੋਈ, ਤਾਰੀਖ ਦੇ ਉਹਨਾਂ ਪੰਨਿਆਂ ਨੂੰ ਵੀ ਚੰਦ ਸ਼ਬਦਾਂ ਦੇ ਵਿੱਚ ਭੱਟ ਕਲਸਹਾਰ ਸਾਹਿਬ ਜੀ ਨੇ ਬੰਨ੍ਹਣ ਦਾ ਯਤਨ ਕੀਤਾ। ਇਸ ਪੰਕਤੀ ਦੀ ਰੌਸ਼ਨੀ ਦੇ ਵਿੱਚ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਮੁੱਢਲੇ ਜੀਵਨ ਨੂੰ ਵੇਖ ਸਕਦੇ ਹਾਂ। ਇੱਕ ਗੱਲ ਇਤਿਹਾਸ ਵਿੱਚ ਸਾਨੂੰ ਪੜ੍ਹਨ ਗੋਚਰੀ ਮਿਲਦੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਬਾਨੀ ਅਤੇ ਮੋਢੀ ਨੇ। ਇਸ ਤੋਂ ਬਾਅਦ ਅਸੀਂ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਪੜ੍ਹੀਏ ਤਾਂ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਬਚਪਨ, ਯਾਨੀ ਕਿ ਪਹਿਲਾ ਸਮਾਂ, ਉਹ ਵੀ ਕਿਸੇ ਗੁਰਮਤ ਮਾਹੌਲ ਵਿੱਚ ਬਤੀਤ ਨਹੀਂ ਹੋਇਆ। 1532 ਵਿੱਚ ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਕਰਤਾਰਪੁਰ ਆਏ ਸਨ ਅਤੇ ਇੱਥੇ 7 ਸਾਲ ਰਹਿ ਕੇ ਉਹਨਾਂ ਨੇ ਘਾਲਣਾ ਘਾਲੀ। ਜਦੋਂ ਅਸੀਂ ਤੀਸਰੇ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ, ਬਾਬਾ ਅਮਰਦਾਸ ਸਾਹਿਬ ਜੀ ਦਾ ਵੀ ਪ੍ਰਕਾਸ਼, ਉਹਨਾਂ ਦਾ ਜਨਮ ਅਤੇ ਉਹਨਾਂ ਦਾ ਬਹੁਤਾ ਜੀਵਨ ਦਾ ਹਿੱਸਾ ਜਿਹੜਾ ਉਹ ਗੁਰਮਤ ਦੇ ਕਿਸੇ ਮਾਹੌਲ ਵਿੱਚ ਬਤੀਤ ਨਹੀਂ ਹੋਇਆ। ਹਾਂ, ਧਾਰਮਿਕਤਾ ਦਾ ਮਾਹੌਲ ਭਾਈ ਲਹਿਣਾ ਜੀ ਨੂੰ ਵੀ ਮਿਲਿਆ ਅਤੇ ਬਾਬਾ ਅਮਰਦਾਸ ਜੀ ਨੂੰ ਵੀ ਮਿਲਿਆ, ਪਰ ਜਿਸ ਗੁਰਮਤ ਦੀ ਆਪਾਂ ਗੱਲ ਕਰਦੇ ਹਾਂ ਉਹ ਗੁਰਮਤ ਉਹਨਾਂ ਨੂੰ ਆਪਣੇ ਜੀਵਨ ਦੇ ਬਹੁਤ ਮਗਰਲੇ ਪੜਾਅ ਵਿੱਚ ਜਾ ਕੇ ਪ੍ਰਾਪਤ ਹੋਈ। 1532 ਵਿੱਚ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਅਤੇ ਵਡੇਰੀ ਉਮਰ ਵਿੱਚ ਬਾਬਾ ਅਮਰਦਾਸ ਸਾਹਿਬ ਖਡੂਰ ਦੀ ਧਰਤੀ 'ਤੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੁੱਢਲਾ ਜੀਵਨ ਲਾਹੌਰ ਦੇ ਚੂਨੀ ਮੰਡੀ ਦੇ ਵਿੱਚ ਤਿੰਨਾਂ ਦਾ ਜਨਮ ਪ੍ਰਕਾਸ਼ ਹੋਇਆ। ਭਾਈ ਜੇਠਾ ਜੀ ਦੇ ਰੂਪ ਵਿੱਚ ਤਿੰਨਾਂ ਦਾ ਬਚਪਨਾ ਸੰਸਾਰ ਅਤੇ ਸਮਾਜ ਦੀਆਂ ਬੜੀਆਂ ਵਿਪਦਾਵਾਂ ਦੇ ਵਿੱਚ ਬਤੀਤਿਆ। ਹਾਂ, ਇੰਨੀ ਗੱਲ ਜ਼ਰੂਰ ਹੈ ਵੀ ਜਵਾਨੀ ਦੀ ਦਹਲੀਜ਼ 'ਤੇ ਕਦਮ ਰੱਖਦਿਆਂ ਤੱਕ
ਗੁਰੂ ਅਮਰਦਾਸ ਮਹਾਰਾਜ ਜੀ ਦੀ ਸੋਭਤ ਸੰਗਤ ਨੇੜਤਾ ਤੇ ਗੁਰਮਤ ਦਾ ਮਾਹੌਲ ਉਹਨਾਂ ਨੂੰ ਮਿਲ ਗਿਆ। ਜਦੋਂ ਅਸੀਂ ਪਹਿਲੀਆਂ 5 ਪਾਤਸ਼ਾਹੀਆਂ ਦਾ ਜੀਵਨ ਪੜ੍ਹੀਏ ਤਾਂ ਪਹਿਲੀਆਂ 5 ਪਾਤਸ਼ਾਹੀਆਂ ਦੇ ਵਿੱਚੋਂ ਕੇਵਲ ਤੇ ਕੇਵਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਜਿਨ੍ਹਾਂ ਦਾ ਜਨਮ ਗੁਰੂ ਪਰਿਵਾਰ ਵਿੱਚ ਹੋਇਆ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਪਰਿਵਾਰ ਵਿੱਚ ਹੋਇਆ, ਜਿਨ੍ਹਾਂ ਦਾ ਬਚਪਨਾ ਵੀ ਗੁਰਮਤ ਦੇ ਮਾਹੌਲ ਵਿੱਚ ਬਤੀਤ ਹੋਇਆ, ਉਹਨਾਂ ਦੀ ਪਰਵਰਿਸ਼ ਕਰਨ ਵਾਲੀਆਂ ਵੀ ਬੜੀਆਂ ਮਹਾਨ ਤਾਰੀਖ ਦੀਆਂ ਹਸਤੀਆਂ ਸਨ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ, ਜਿਸ ਨੂੰ ਆਪਾਂ ਜਦੋਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਤਾਂ ਗ੍ਰੈਗੋਰੀਅਨ ਕੈਲੰਡਰ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਜਿਹੜੀ ਮੈਂ ਤਰੀਕ ਤੁਹਾਨੂੰ ਪਹਿਲਾਂ ਦੱਸੀ ਹੈ ਜੂਲੀਅਨ ਕੈਲੰਡਰ ਦੀ ਹੈ, ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ 2 ਮਈ ਬਣਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖ ਤੋਂ ਗੋਇੰਦਵਾਲ ਦੀ ਧਰਤੀ ਤੇ ਹੋਇਆ। ਗੋਇੰਦਵਾਲ ਦੀ ਧਰਤੀ, ਜਿਸ ਬਾਰੇ ਭੱਟ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਬੜੀ ਪਿਆਰੀ ਟੂਕ, ਬੜੀ ਪਿਆਰੀ ਪੰਕਤੀ ਅੰਕਿਤ ਕੀਤੀ ਹੈ, ਔਰ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1400 ਨੰਬਰ ਅੰਕ ਦੇ ਉੱਤੇ ਸੁਭਾਇਮਾਨ ਹੈ। ਪੰਕਤੀ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਹ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਨੂੰ ਭਾਗ ਲਾਏ ਤੇ ਉਸ ਜਗ੍ਹਾ ਦੇ ਉੱਤੇ ਪਹਿਲਾਂ ਤੋਂ ਵਸੇ ਹੋਏ ਖਡੂਰ ਦੇ ਵਿੱਚ ਉਸ ਨੂੰ ਆਪਣੀ ਸੋਭਤ ਸੰਗਤ ਅਤੇ ਗੁਰਮਤ ਦੇ ਮਾਹੌਲ ਨਾਲ ਰੰਗ ਦਿੱਤਾ। ਤੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਤੇ ਆਗਿਆ ਦੇ ਨਾਲ ਅਗਵਾਈ ਦੇ ਵਿੱਚ ਬਾਬਾ ਅਮਰਦਾਸ ਸਾਹਿਬ ਜੀ ਨੇ ਗੁਰੂ ਪਾਤਸ਼ਾਹ ਦੇ ਸਭ ਤੋਂ ਨਜ਼ਦੀਕੀ ਸੇਵਾਦਾਰ, ਮੋਹਰੀ, ਮੁਖੀ ਸਿੱਖ ਹੋਣ ਦੇ ਨਾਤੇ ਗੋਇੰਦਵਾਲ ਨਗਰ ਨੂੰ ਆਰੰਭਿਆ ਤੇ ਆਪਣਾ ਸਮੁੱਚਾ ਜੀਵਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਨਗਰੀ ਨੂੰ ਇੱਕ ਸਿੱਖ ਦੇ ਰੂਪ ਵਿੱਚ ਤੇ ਗੁਰੂ ਪਦਵੀ ਤੇ ਸੁਸ਼ੋਭਿਤ ਹੋ ਕੇ 4 ਚੰਨ ਲਾਏ। ਇਹ ਨਗਰੀ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਹੈ ਤੇ ਬਿਲਕੁਲ ਸ਼ਾਹੀ ਰਾਹ, ਜਿਸ ਨੂੰ ਆਪਾਂ GT ਰੋਡ ਆਖਦੇ ਹਾਂ, ਸ਼ਾਹੀ ਰਾਹ ਦੇ ਉੱਤੇ ਇਹ ਨਗਰ ਦਰਿਆ ਦੇ ਕੰਢੇ ਦੇ ਉੱਤੇ ਵਸਿਆ ਹੋਇਆ। ਸਤਿਗੁਰੂ ਨੇ ਇਸ ਜਗ੍ਹਾ ਦੇ ਉੱਤੇ ਬੌਲੀ ਖੁਦਵਾਈ, ਪੰਗਤ, ਲੰਗਰ, ਸੰਗਤ, ਬਹੁਤ ਸਾਰੇ ਐਸੇ ਮਹਾਨ ਕਾਰਜ ਇਸ ਨਗਰੀ ਦੇ ਵਿੱਚ ਕੀਤੇ। ਔਰ ਜਿਹੜਾ ਸਭ ਤੋਂ ਵੱਡੀ ਗੱਲ ਹੈ, ਜਿਹੜਾ ਮਾਹੌਲ ਗੁਰੂ ਪਾਤਸ਼ਾਹ ਨੇ ਸਿਰਜਿਆ ਇਸ ਨਗਰ ਦੇ ਵਿੱਚ, ਭੱਟਾ ਨੇ ਉਸ ਦੀ ਤਾਰੀਫ ਕਰਦਿਆਂ ਹੋਇਆਂ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੁਰੂ ਦੀ ਨਗਰੀ ਜਿੱਥੇ ਗੁਰਮਤ ਦਾ ਮਾਹੌਲ ਹੈ, ਉਹ ਐਵੇਂ ਹੈ ਜਿਵੇਂ ਰੱਬ ਦਾ ਸ਼ਹਿਰ ਹੋਵੇ। ਸਾਡੇ ਪੰਜਾਬੀ ਬੋਲੀ ਦੇ ਵਿੱਚ, ਜਾਂ ਇਉਂ ਕਹਿ ਲਓ ਵੀ ਸਾਡੀ ਭਾਸ਼ਾ ਦੇ ਵਿੱਚ, ਸਾਡੇ ਮੁਹਾਵਰੇਬੰਦੀ ਦੇ ਵਿੱਚ ਇਹ ਸ਼ਬਦ ਆਮ ਹੁੰਦਾ ਹੈ, ਕੋਈ ਮਨੁੱਖ ਕਿਸੇ ਦੀ ਮਦਦ ਕਰਨ ਵਾਸਤੇ ਬੌੜੇ ਤੇ ਆਪਾਂ ਕਹਿੰਦੇ ਆ ਇਹ ਬੰਦਾ ਰੱਬ ਹੋ ਕੇ ਬੌੜਿਆ, ਜਾਨੀ ਕਿ ਉਸ ਦੇ ਉਸ ਦੈਵੀ ਪਰਉਪਕਾਰੀ ਗੁਣ ਦੀ ਸਲੋਤਾ ਰੱਬੀ ਸਿਫਤ ਸਲਾਹ ਨਾਲ ਕੀਤੀ ਜਾਂਦੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕੈਸਾ ਅਲੌਕਿਕ ਮਾਹੌਲ ਸਿਰਜਿਆ ਹੋਏਗਾ। ਬਰਾਬਰੀ, ਸਾਂਝੀਵਾਲਤਾ, ਮਨੁੱਖਤਾ ਦੀ ਭਲਾਈ, ਲੋਕਾਈ ਨੂੰ ਹਰ ਤਰੀਕੇ ਦੇ ਨਾਲ ਸੁੱਖ ਸਹੂਲਤ ਪਹੁੰਚਾਉਣ ਦਾ ਜਿਹੜਾ ਯਤਨ ਹੈ, ਆਤਮਿਕ ਖੁਰਾਕ ਜਿਹੜੀ ਗੁਰਮਤਿ ਦੇ ਰਾਹੀਂ ਸਤਿਗੁਰੂ ਉੱਥੇ ਪ੍ਰਦਾਨ ਕਰ ਰਹੇ ਨੇ। ਕਿੰਨੇ ਹੀ ਕਾਰਜ ਨੇ ਜਿਨ੍ਹਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ, ਕਿੰਨੇ ਹੀ ਕਾਰਜ ਨੇ ਜਿਨ੍ਹਾਂ ਦੀ ਇੱਥੇ ਵਿਚਾਰ ਕੀਤੀ ਜਾ ਸਕਦੀ। ਉਹ ਗੋਇੰਦਵਾਲ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਸ ਨਗਰੀ ਨੂੰ ਵਸਾ ਕੇ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਇਸ ਜਗ੍ਹਾ ਤੇ ਆਰੰਭ ਕੀਤੇ। ਇਸ ਪ੍ਰਭਤਾ ਨੂੰ ਵੇਖ ਕੇ, ਇਸ ਵੱਖਰੇ ਨਜ਼ਾਰੇ ਨੂੰ ਤੱਕ ਕੇ, ਇਸ ਮਾਹੌਲ ਦੀ ਤਾਰੀਫ ਕਰਦਿਆਂ ਹੋਇਆਂ ਭੱਟਾ ਨੇ ਪੰਕਤੀ ਕਹੀ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਤੀਰ ਕੰਢੇ ਨੂੰ ਕਹਿੰਦੇ ਹਨ ਤੇ ਵਿਪਾਸ ਬਿਆਸ ਦਰਿਆ ਨੂੰ ਕਿਹਾ ਗਿਆ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ, ਇਹ ਤਸ਼ਬੀਹ, ਇਹ ਤੁਲਨਾ ਦੇ ਕੇ ਭੱਟ ਸਾਹਿਬਾਨਾਂ ਨੇ ਉੱਥੋਂ ਦੇ ਗੁਰਮਤ ਮਾਹੌਲ ਦੀ ਉਪਮਾ ਕੀਤੀ ਹੈ, ਸ਼ੋਭਾ ਕੀਤੀ ਹੈ, ਵਡਿਆਈ ਕੀਤੀ ਹੈ।
ਹੁਣ ਅਸੀਂ ਅੱਗੇ ਚੱਲਦੇ ਹਾਂ। ਐਸੀ ਨਗਰੀ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਜਿਸ ਪਰਿਵਾਰ ਵਿੱਚ ਹੋਇਆ, ਗੁਰੂ ਅਮਰਦਾਸ ਮਹਾਰਾਜ ਦੀ ਸੁਪੁੱਤਰੀ ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦੇ ਗ੍ਰਹਿ ਵਿਖੇ। ਹੁਣ ਜ਼ਰਾ ਕੁ ਵੇਖੋ ਮਾਹੌਲ ਕੈਸਾ ਹੋਏਗਾ। ਅਸੀਂ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ ਤਾਂ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਨੇੜਤਾ ਹੈ, ਯਾਦ ਰੱਖੀਏ 11 ਸਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਪ੍ਰਾਪਤ ਰਹੀ। ਕਿਉਂਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਵੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ 1563 ਈਸਵੀ ਦੇ ਵਿੱਚ ਹੋਇਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਜਿਹੜਾ ਹੈ ਉਹ 1574 ਈਸਵੀ ਦੇ ਵਿੱਚ ਗੋਇੰਦਵਾਲ ਹੋਇਆ। ਕੁੱਲ 11 ਸਾਲ ਦਾ ਵਕਤ ਸਮਾਂ ਬਣਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰੂ ਅਮਰਦਾਸ ਸਾਹਿਬ ਆਪਣੇ ਨਾਨਾ ਸਤਿਗੁਰੂ ਦੀ ਸੋਭਤ ਸੰਗਤ ਨੇੜਤਾ ਦੇ ਵਿੱਚ ਵਿਚਰਨ ਤੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਕੁੱਲ 18 ਸਾਲ ਆਪਣੇ ਪਿਤਾ ਗੁਰੂਦੇਵ ਗੁਰੂ ਰਾਮਦਾਸ ਮਹਾਰਾਜ ਦੀ ਸੋਭਤ ਉਹਨਾਂ ਨੂੰ ਪ੍ਰਾਪਤ ਹੋਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਿਵਾਰਕ ਮਾਹੌਲ ਗੁਰਮਤਿ ਦੀ ਰੰਗਤ ਵਾਲਾ ਸੀ। ਔਰ ਜਦੋਂ ਅਸੀਂ ਗੋਇੰਦਵਾਲ ਦੀ ਧਰਤੀ ਦਾ ਸਮੁੱਚਾ ਮਾਹੌਲ ਵੇਖਦੇ, 3 ਸਾਲ ਦੀ ਉਮਰ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਦੋਂ ਅਕਬਰ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਔਰ ਮਹਾਰਾਜ ਨਾਲ ਮੁਲਾਕਾਤ ਕਰਨ ਵਾਸਤੇ ਆਇਆ ਸੀ। ਇੱਕ ਸੰਵਾਦ ਹੋਇਆ। ਹੁਣ ਭਾਰਤ ਦੇ ਏਡੇ ਵੱਡੇ ਬਾਦਸ਼ਾਹ ਦਾ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਉਣਾ ਤੇ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਜਾਂ ਗੁਰੂ ਸਾਹਿਬ ਦੀ ਧਰਮਸ਼ਾਲ ਦੇ ਜੋ ਅਕੀਦੇ ਨੇ, ਜੋ ਅਸੂਲ ਨੇ, ਪਹਿਲੇ ਪੰਗਤ ਪਾਤਸ਼ਾਹ ਸੰਗਤ ਉਸ ਨੂੰ ਫੋਲੋ ਕਰਕੇ ਆਉਣਾ, ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਸੀ। ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ, ਅਕਬਰ ਕੁਝ ਚੰਗੀਆਂ ਨੀਤੀਆਂ ਦਾ ਪੈਰੋਕਾਰ ਸੀ। ਕੱਟੜਤਾ ਵਰਗੀ ਗੱਲ, ਸੰਕੀਰਣਤਾ ਵਰਗੀ ਗੱਲ ਉਸ ਦੇ ਜੀਵਨ ਵਿੱਚ ਬੜੀ ਘੱਟ ਮਿਲਦੀ ਹੈ। ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਕੇ ਉਸਨੇ ਜਿਸ ਵੇਲੇ ਮਹਾਰਾਜ ਨੂੰ ਇਹ ਆਫਰ ਕੀਤਾ, ਇਹ ਬੇਨਤੀ ਕੀਤੀ ਕਿ ਮੈਂ ਤੁਹਾਡੇ ਲੰਗਰ ਦੀ ਪ੍ਰਥਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਵੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਜਾਣਦੇ ਨਹੀਂ, ਉਹਨਾਂ ਲੋਕਾਂ ਦੀ ਖਾਤਰ ਤੁਸੀਂ ਇੰਨਾ ਵੱਡਾ ਉਦਮ ਕਰਦੇ ਹੋ। ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਬਰਾਦਰੀ ਦਾ ਹੋਵੇ, ਕਿਸੇ ਜ਼ਾਤ ਦਾ ਹੋਵੇ, ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਬੜੇ ਸਤਿਕਾਰ ਨਾਲ ਇਵੇਂ ਭੋਜਨ ਛਕਾਇਆ ਜਾਂਦਾ ਹੈ ਜਿਵੇਂ ਉਹ ਤੁਹਾਡੇ ਘਰ ਵਿੱਚ ਤੁਹਾਡੇ ਖਾਸ ਮਹਿਮਾਨ ਆਏ ਹੋਣ। ਉਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਕੋਈ ਨੀਵੇਂ ਨੇ, ਉਹ ਕੋਈ ਦੱਬੇ ਕੁਚਲੇ ਲੋਕ ਨੇ, ਉਹ ਕੋਈ ਗਰੀਬੜੇ ਨੇ ਜਾਂ ਕੋਈ ਗੈਰ ਨੇ। ਉਹ ਜਿਹੜੀ ਭੇਦਭਾਵ ਤੇ ਉਹ ਜਿਹੜੀ ਮਾਨਸਿਕ ਤੇ ਅੰਦਰ ਦੀ ਦੂਰੀ ਲੋਕਾਂ ਦੀ ਸੋਚ ਵਿੱਚ ਬਣੀ ਹੋਈ ਹੈ, ਉਹ ਇਸ ਜਗ੍ਹਾ ਦੇ ਉੱਤੇ ਮੈਨੂੰ ਵੇਖਣ ਲਈ ਨਹੀਂ ਮਿਲੀ। ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹਾਂ। ਔਰ ਫਿਰ ਸੇਵਾ ਕਰਨ ਵਾਲੇ ਸੇਵਾਦਾਰ, ਯੋਗਦਾਨ ਪਾਉਣ ਵਾਲੇ ਸੇਵਾਦਾਰ, ਉਹਨਾਂ ਦੀ ਜਿਹੜੀ ਭਾਵਨਾ ਹੈ, ਉਹਨਾਂ ਦਾ ਜਿਹੜਾ ਪਰਉਪਕਾਰੀ ਸੁਭਾਅ ਹੈ, ਉਸ ਨੇ ਮੈਨੂੰ ਬੜਾ ਟੁੰਬਿਆ। ਤਾਂ ਮੈਂ ਚਾਹੁੰਦਾ ਵੀ ਮੈਂ ਤੁਹਾਡੇ ਲੰਗਰ ਵਾਸਤੇ, ਇਸ ਲੰਗਰ ਦੇ ਵਿੱਚ ਯੋਗਦਾਨ ਪਾਉਣ ਲਈ, ਇਹਨੂੰ ਚੱਲਦਿਆਂ ਰੱਖਣ ਲਈ ਜਾਗੀਰ ਇਹਦੇ ਨਾਂ ਲਾ ਦਿਆਂ। ਪਰ ਗੁਰੂ ਅਮਰਦਾਸ ਮਹਾਰਾਜ ਨੇ ਬੜੇ ਪ੍ਰੇਮ ਸਹਿਤ ਉਹਨਾਂ ਨੂੰ ਮਨਾ ਕੀਤਾ। ਉਹਨਾਂ ਕਿਹਾ ਵੀ ਤੁਸੀਂ ਯੋਗਦਾਨ ਤੇ ਪਾ ਸਕਦੇ ਹੋ, ਪਰ ਇਹ ਸਰਕਾਰੀ ਜਾਗੀਰਾਂ ਦੇ ਨਾਲ ਇਸ ਤਰ੍ਹਾਂ ਨਹੀਂ ਚੱਲੇਗਾ, ਕਿਉਂਕਿ ਰਾਜਨੀਤੀ ਦਾ ਜਿਹੜਾ ਸਟਰਕਚਰ ਹੈ, ਜਿਹੜਾ ਢਾਂਚਾ ਹੈ, ਉਹ ਕੁਝ ਇਸ ਕਿਸਮ ਦਾ ਹੈ ਵੀ ਬਾਦਸ਼ਾਹ ਅੱਜ, ਕਿਉਂਕਿ ਉਹ ਡਿਕਟੇਟਰ ਹੈ, ਤਾਨਾਸ਼ਾਹ ਹੈ, ਅੱਜ ਉਹ ਕਿਸੇ ਧੜੇ ਨਾਲ ਜੁੜ ਕੇ ਕਿਸੇ ਵਿਚਾਰਧਾਰਾ ਦਾ ਹਾਮੀ ਹੈ। ਹੋ ਸਕਦਾ ਕੱਲ੍ਹ ਨੂੰ ਉਹਦੇ ਵਿਚਾਰ ਬਦਲ ਜਾਣ ਜਾਂ ਉਸ ਦਾ ਕੋਈ ਉੱਤਰਾਧਿਕਾਰੀ ਕਿਸੇ ਹੋਰ ਰੁਖ ਦਾ ਹੋਵੇ, ਜੈਸਾ ਕਿ ਇਤਿਹਾਸ 'ਚ ਹੋਇਆ ਵੀ। ਤਾਂ ਹੋ ਸਕਦਾ ਕੱਲ੍ਹ ਨੂੰ, ਜੇ ਪਹਿਲੀ ਤਾਂ ਗੱਲ ਇਹ ਲੰਗਰ ਜਦੋਂ ਸਰਕਾਰਾਂ ਦੇ ਹੋ ਜਾਣਗੇ, ਤਾਕਤਵਰ ਜਾਂ ਅਮੀਰ ਲੋਕਾਂ ਦੀ ਗ੍ਰਿਫਤ ਵਿੱਚ, ਉਹਨਾਂ ਦੇ ਕੰਟਰੋਲ ਵਿੱਚ ਚਲੇ ਜਾਣਗੇ, ਤਾਂ ਇਹਦੇ ਵਿੱਚ ਉਹ ਭਾਵਨਾ ਨਹੀਂ ਰਹੇਗੀ, ਉਹ ਤਿਆਗ, ਉਹ ਕੁਰਬਾਨੀ ਨਹੀਂ ਰਹੇਗੀ। ਇੱਕ ਸਰਕਾਰੀ ਮਹਿਕਮਾ ਬਣ ਕੇ ਰਹਿ ਜਾਏਗਾ। ਐਸੀਆਂ ਘਟਨਾਵਾਂ ਗੋਇੰਦਵਾਲ ਦੀ ਧਰਤੀ 'ਤੇ ਹੀ ਹੋਈਆਂ। ਔਰ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਉਮਰ ਹੈ ਉਹ 3 ਸਾਲ ਸੀ ਤਕਰੀਬਨ। ਫਿਰ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹੀਏ। ਇਹਨਾਂ 11 ਸਾਲਾਂ ਵਿੱਚ ਗੋਇੰਦਵਾਲ ਦੀ ਧਰਤੀ 'ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਜਨਮ ਤੋਂ ਲੈ ਕੇ ਬਚਪਨ ਤੇ ਜਵਾਨੀ ਦੀ ਦਹਲੀਜ਼ ਤੱਕ ਕਦਮ ਰੱਖਦਿਆਂ ਕਿੰਨਾ ਖੂਬਸੂਰਤ, ਕਿੰਨਾ ਗੁਰਮਤ ਵਾਲਾ
ਮਾਹੌਲ ਤੱਕਿਆ ਹੋਏਗਾ। ਜ਼ਰਾ ਕੁ ਕਿਆਸ ਕਰਕੇ ਵੇਖੀਏ। 22 ਮੰਜੀਆਂ 52 ਪੀੜ੍ਹੇ ਸਥਾਪਿਤ ਕੀਤੇ, ਔਰ ਮਹਾਰਾਜ ਨੇ 22 ਮੰਜੀਆਂ ਤੇ 52 ਪੀੜ੍ਹਿਆਂ ਤੇ ਜਿਨ੍ਹਾਂ ਗੁਰਮੁਖਾਂ ਨੂੰ ਧਰਮ ਪ੍ਰਚਾਰ ਲਈ, ਸੰਗਤ ਦੀ ਸੇਵਾ ਲਈ, ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਤੇ ਕੌਮੀਅਤ ਦੀ ਮਜ਼ਬੂਤੀ ਲਈ ਜਿੱਥੇ ਜਿੱਥੇ ਉਹਨਾਂ ਨੂੰ ਜਾਂ ਸੇਵਾਵਾਂ ਉਹਨਾਂ ਨੂੰ ਲਾਈਆਂ, ਉਹ ਕੋਈ ਅਣਜਾਣ ਵਿਅਕਤੀ ਨਹੀਂ ਸਨ। ਬੜੇ ਗੁਰਮਤ ਦੇ ਜਾਣਕਾਰ, ਜਿਨ੍ਹਾਂ ਦੇ ਅੰਦਰ ਲੋਕਾਂ ਨੂੰ ਆਰਗੇਨਾਈਜ਼ ਕਰਨ ਦੀ, ਜਿਹਨੂੰ ਆਪਾਂ ਕਹਿੰਦੇ ਨਾ ਪ੍ਰਬੰਧਕੀ ਗੁਣ ਹੋਣਾ, ਐਸੇ ਵਿਸ਼ੇਸ਼ ਵਿਅਕਤੀਆਂ ਨੂੰ ਸਤਿਗੁਰੂ ਮਹਾਰਾਜ ਨੇ ਉਹ ਸੇਵਾਵਾਂ ਸੌਂਪੀਆਂ। ਤੇ ਜਿਹੜੇ ਸੰਗਤ ਨੂੰ ਤਾਲਮੇਲ ਨਾਲ ਗੁਰੂ ਦਰਬਾਰ ਵਿੱਚ ਲੈ ਕੇ ਆਉਂਦੇ, ਸੰਗਤ ਦਾ ਸੰਗਤੀ ਪ੍ਰਬੰਧ ਕਰਦੇ, ਧਰਮ ਦਾ ਪ੍ਰਚਾਰ ਕਰਦੇ, ਐਸੇ ਲੋਕਾਂ ਦਾ ਆਉਣਾ ਜਾਣਾ ਗੋਇੰਦਵਾਲ ਦੀ ਧਰਤੀ ਦੇ ਉੱਤੇ ਲੱਗਿਆ ਹੀ ਰਹਿੰਦਾ ਹੋਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਮਾਹੌਲ ਉੱਥੇ ਕਿੱਡੇ ਵਿਦਵਾਨ ਪੰਡਤਾਂ ਦਾ, ਜਦੋਂ ਅਸੀਂ ਇਤਿਹਾਸ ਪੜ੍ਹੀਏ, ਬੇਣੀ ਵਰਗੇ ਪੰਡਤਾਂ ਦਾ ਜ਼ਿਕਰ ਆਉਂਦਾ ਵੀ ਉਹ ਸੰਵਾਦ ਕਰਨ ਲਈ, ਕਿਸੇ ਖਾਸ ਨੁਕਤੇ ਦੇ ਉੱਤੇ ਸੰਵਾਦ ਕਰਨ ਲਈ, ਕਿਉਂਕਿ ਉਹ ਬ੍ਰਾਹਮਣਿਜ਼ਮ ਨੂੰ ਪ੍ਰਮੋਟ ਕਰਦੇ ਸਨ, ਉਹਦੇ ਹਾਮੀ ਸਨ। ਤੇ ਗੁਰੂ ਅਮਰਦਾਸ ਮਹਾਰਾਜ ਗੁਰਮਤ ਦੇ ਸੰਸਾਰ ਦੇ ਅੰਦਰ ਵਰਤਾ ਰਹੇ ਸਨ। ਉਹ ਜਿਹੜਾ ਡਿਬੇਟ, ਉਹ ਜਿਹੜਾ ਸੰਵਾਦ ਹੈ, ਐਸੇ ਕਿੰਨੇ ਹੀ ਸੰਵਾਦ ਜਿਹੜੇ ਨੇ ਗੋਇੰਦਵਾਲ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਪਹਿਲੀ ਉਮਰ ਦੇ ਵਿੱਚ ਤੱਕੇ ਨੇ। ਕਿੰਨੀਆਂ ਹੀ ਚੀਜ਼ਾਂ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀਆਂ, ਇਹਨਾਂ 11 ਸਾਲਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਤੋਂ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਤੇ ਜਦੋਂ ਤੋਂ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਏ, 11 ਸਾਲ ਦਾ ਜਿਹੜਾ ਵਕਬਾ ਹੈ, ਇਸ 11 ਸਾਲ ਦੇ ਵਕਬੇ ਨੂੰ ਤੇ ਫਿਰ ਇਸ ਤੋਂ ਅੱਗੇ ਜਿਹੜਾ 5-6 ਸਾਲ ਦਾ ਵਕਬਾ ਗੁਰੂ ਰਾਮਦਾਸ ਮਹਾਰਾਜ ਦੀ ਸੋਭਤ ਸੰਗਤ ਵਿੱਚ ਉਹਨਾਂ ਨੂੰ ਬਿਤਾਉਣ ਦਾ ਮੌਕਾ ਮਿਲਿਆ ਕਿ ਅਸੀਂ ਉਦੁੱਤੀ ਗੁਣ ਉਹਨਾਂ ਦੇ ਜੀਵਨ ਵਿੱਚ ਭਰ ਗਏ। ਕੀ ਕੁਝ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ, ਕੰਨਾਂ ਨਾਲ ਸੁਣਿਆ, ਜਿਹਦੇ ਵਿੱਚ ਉਹ ਖੁਦ ਇਨਵੋਲਵ ਸਨ, ਕਿ ਜਿਹਦੇ ਵਿੱਚ ਉਹ ਖੁਦ ਸ਼ਾਮਲ ਸਨ। ਗੁਰੂ ਅਮਰਦਾਸ ਮਹਾਰਾਜ ਦਾ ਜੀਵਨ, ਜਿਸ ਨੂੰ ਉਹਨਾਂ ਨੂੰ ਮਾਨਣ ਦਾ ਸੁਭਾਗ ਤੇ ਮੌਕਾ ਬਣਦਾ ਰਿਹਾ, ਉਹ ਸਾਰਾ ਕੁਝ ਜਿਹੜਾ ਹੈ, ਉਸ ਨੇ ਉਹਨਾਂ ਦੀ ਫਾਊਂਡੇਸ਼ਨ ਕੀਤੀ, ਉਹਨਾਂ ਦਾ ਬੇਸ ਬੰਨ੍ਹ ਦਿੱਤਾ। ਤੋ ਭੱਟਾਂ ਦੀ ਇਹ ਪੰਕਤੀ ਜਿਹੜੀ ਹੈ ਨਾ, ਤੈਂ ਜਨਮ ਤੋਂ ਹੀ, ਪ੍ਰਕਾਸ਼ ਤੋਂ ਹੀ ਗੁਰਮਤ ਦੇ ਰਾਹੀਂ ਬ੍ਰਹਮ ਪਛਾਣਿਓ। ਬ੍ਰਹਮ ਦਾ ਮਤਲਬ ਹੈ ਸੱਚ, ਪਰਮੇਸ਼ਰ। ਤੁਸੀਂ ਸੱਚ ਪਰਮੇਸ਼ਰ ਨੂੰ ਗੁਰਮਤ ਰਾਹੀਂ ਜਾਣ ਲਿਆ ਤੇ ਇਹ ਗੁਰਮਤ ਤੁਹਾਨੂੰ ਜਨਮ ਤੋਂ ਹੀ ਮੁਯੱਸਰ ਸੀ, ਪ੍ਰਾਪਤ ਸੀ, ਹਾਸਲ ਹੋ ਗਈ। ਸੋ ਇਸ ਪੰਕਤੀ ਵਿੱਚ ਜਿੱਥੇ ਗੁਰਮਤ ਦੀ ਮਹਾਨਤਾ ਦਾ ਜ਼ਿਕਰ ਹੈ, ਇਸ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੇ ਗੁਰਤਾ ਗੱਦੀ ਤੱਕ ਬਿਰਾਜਣ ਦਾ ਜਿਹੜਾ ਵਕਤ ਹੈ, ਜਿਹਦੇ ਵਿੱਚ ਬਚਪਨਾ ਹੈ, ਜਿਹਦੇ ਵਿੱਚ ਉਹਨਾਂ ਦੀ ਜਵਾਨੀ ਦੀ ਉਮਰ ਹੈ, ਉਹ ਸਾਰੀ ਤਾਰੀਖ ਵੀ ਇੱਕ ਤਰ੍ਹਾਂ ਨਾਲ ਕਲਮਬੰਦ ਕਰ ਦਿੱਤੀ ਹੈ। ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹੀਏ ਤਾਂ ਅਸੀਂ ਜ਼ਰੂਰ ਪਿਛੋਕੜ ਵਿੱਚ ਜਾਈਏ ਕਿ ਉਹਨਾਂ ਨੂੰ ਜਨਮ ਤੋਂ ਹੀ ਜਿਹੜੀ ਗੁਰਮਤ ਮਿਲੀ ਹੈ ਤੇ ਗੁਰਮਤ ਦਾ ਜਿਹੜਾ ਮਾਹੌਲ ਮਿਲਿਆ, ਉਸ ਟਾਈਮ ਦੇ ਵਿੱਚ, ਉਸ ਸਮੇਂ ਦੇ ਵਿੱਚ ਕੀ ਐਸੀਆਂ ਅਨੋਖੀਆਂ ਘਟਨਾਵਾਂ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਵਾਪਰੀਆਂ ਵੀ ਉਹਨਾਂ ਘਟਨਾਵਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਮੁੱਢਲੀ ਸ਼ਖਸੀਅਤ ਨੂੰ ਇੰਨਾ ਬੁਲੰਦ ਕਰ ਦਿੱਤਾ ਕਿ ਅੱਗੇ ਜਾ ਕੇ ਜਦੋਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਜਗ੍ਹਾ ਤੇ ਜੋਤ ਅਤੇ ਜੁਗਤ ਦੇ ਵਾਰਸ ਤੇ ਮਾਲਕ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਅਰਜਨ ਸਾਹਿਬ ਨੂੰ ਬਣਾਇਆ, ਤਾਂ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਉਹਨਾਂ ਨੇ ਸੰਸਾਰ ਨੂੰ ਜਿਹੜੀ ਵਿਲੱਖਣ ਦੇਣ ਦਿੱਤੀ, ਜਿਹੜੀਆਂ ਉਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ, ਜਿਸ ਢੰਗ ਨਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਅੱਗੇ ਤੋਰਿਆ ਔਰ ਉਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਜੋ ਘਾਲਣਾਵਾਂ ਘਾਲੀਆਂ, ਉਹ ਆਪਣੇ ਆਪ ਵਿੱਚ ਬਹੁਤ ਅਦੁੱਤੀ ਤੇ ਵੱਡੀਆਂ ਨੇ। ਪਰ ਉਹਨਾਂ ਦਾ ਬੇਸ, ਉਹਨਾਂ ਦਾ ਮੁੱਢ ਉਹਨਾਂ ਦੇ ਪਹਿਲੇ ਜੀਵਨ ਵਿੱਚ ਬੱਝਿਆ, ਜਿਸ ਦਾ ਜ਼ਿਕਰ ਭੱਟ ਸਾਹਿਬਾਨ ਨੇ ਆਪਣੀ ਇਸ ਇੱਕ ਪੰਕਤੀ ਦੇ ਵਿੱਚ ਕੀਤਾ ਹੈ। ਤੋ ਜਦੋਂ ਅਸੀਂ ਭੱਟ ਸਾਹਿਬਾਨਾਂ ਦੇ ਐਸੇ ਕਥਨ ਉਹਨਾਂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਤਾਂ ਸਾਨੂੰ ਇਕੱਲੀ ਗੁਰਮਤ ਦੇ ਫਲਸਫੇ ਦੀ ਹੀ ਨਹੀਂ, ਸਾਨੂੰ ਇਤਿਹਾਸ ਦੇ ਇੱਕ ਵਰਤਾਰੇ ਦੀ ਵੀ ਸਮਝ ਪੈਂਦੀ ਹੈ। ਕਿਉਂਕਿ ਕਿਸੇ ਚੀਜ਼ ਦੀ ਜਿਹੜੀ ਪ੍ਰੋਡਕਸ਼ਨ ਹੋਣੀ ਹੈ, ਉਹ ਕਿਸੇ ਮਾਹੌਲ ਵਿੱਚੋਂ, ਕਿਸੇ ਜਗ੍ਹਾ ਤੋਂ ਹੋਣੀ ਹੈ। ਉਹਦੇ ਲਈ ਇੱਕ ਪੂਰੇ ਦਾ ਪੂਰਾ ਸਟਰਕਚਰ ਸਿਰਜਣਾ ਪਏਗਾ, ਉਹਦੇ ਲਈ ਇੱਕ ਪੂਰੇ ਦਾ ਪੂਰਾ ਇਨਵਾਇਰਮੈਂਟ ਖੜਾ ਕਰਨਾ ਪਏਗਾ। ਔਰ ਭੱਟ ਸਾਹਿਬਾਨ ਦੀ ਇਹ ਪੰਕਤੀ ਬੜੇ ਵਡੇਰੇ ਅਰਥਾਂ ਵਿੱਚ ਇਤਿਹਾਸ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਕੇ ਬੈਠੀ ਹੈ।
ਗੁਰਮਤਿ ਫਿਲਾਸਫੀ ਦੀ ਮਹੱਤਤਾ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਕੇ ਬੈਠੀ ਹੈ। ਜੇ ਅਸੀਂ ਇਸ ਨੂੰ ਹੋਰ ਵਿਸਥਾਰ ਨਾਲ ਜਾਣਨਾ ਹੋਵੇ ਤੇ ਅਸੀਂ ਗੁਰੂ ਅਮਰਦਾਸ ਮਹਾਰਾਜ ਦਾ ਉਹ ਜੀਵਨ ਜਦੋਂ ਤੋਂ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਔਰ ਗੁਰੂ ਰਾਮਦਾਸ ਮਹਾਰਾਜ ਦਾ ਸਮੁੱਚਾ ਜੀਵਨ, ਮੈਂ ਕਈ ਵਾਰ ਇਤਿਹਾਸ ਦੇ ਇਸ ਪੰਨੇ ਨੂੰ ਪੜ੍ਹਦਿਆਂ ਹੋਇਆਂ ਕਿ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਬੜਾ ਵੱਡਾ ਤਜਰਬਾ ਹੈ। ਉਹਨਾਂ ਦੇ ਸਾਹਮਣੇ ਗੁਰੂ ਨਾਨਕ ਮਹਾਰਾਜ ਦਾ ਸਮੁੱਚਾ ਜੀਵਨ ਦਾ ਤਜਰਬਾ ਹੈ, ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਦਾ ਤਜਰਬਾ ਹੈ, ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀ ਬੜੀ ਵੱਡੀ ਘਾਲਣਾ ਹੈ ਕਿ ਇਸ ਰੁੱਖ ਤੋਂ ਮੁੜ ਕੇ ਉਹ ਗੁਰਮਤਿ ਵੱਲ ਆਏ ਤੇ ਕਿੱਡੀ ਵੱਡੀ ਉਹਨਾਂ ਨੇ ਘਾਲਣਾ ਕਮਾਈ ਕੀਤੀ। ਔਰ ਉਹਨਾਂ ਦੇ ਪਿਤਾ ਗੁਰੂਦੇਵ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੀਆਂ ਬੜੀਆਂ ਹੀ ਵੱਡੀਆਂ, ਬੜੀਆਂ ਹੈਰਾਨ ਕਰ ਦੇਣ ਵਾਲੀਆਂ ਔਰ ਬੜੀਆਂ ਸਮਾਜ ਵਿੱਚ ਇੱਕ ਵੱਖਰੇ ਕਿਸਮ ਦੀਆਂ ਘਟਨਾਵਾਂ ਜੋ ਉਹਨਾਂ 'ਚ ਬਚਪਨੇ ਨਾਲ ਹੋਇਆ, ਜਿਸ ਤਰ੍ਹਾਂ ਉਹਨਾਂ ਨੇ ਅਖਿਆਈ ਵਿੱਚ ਆਪਣਾ ਬਚਪਨਾ ਬਤੀਤ ਕੀਤਾ ਔਰ ਜਿਵੇਂ ਉਹ ਗੁਰੂ ਅਮਰਦਾਸ ਸਾਹਿਬ ਦੇ ਸੰਪਰਕ ਸੰਗਤ ਵਿੱਚ ਆਏ ਔਰ ਕਿਸ ਤਰ੍ਹਾਂ ਉਹਨਾਂ ਨੇ ਇੱਕ ਉੱਚਾ ਮੁਕਾਮ ਜਿਹੜਾ ਹੈ ਗੁਰਮਤਿ ਦੇ ਰਾਹੀਂ ਹਾਸਲ ਕੀਤਾ, ਉਹ ਸਾਰਾ ਤਜਰਬਾ ਜਿਹੜਾ ਹੈ ਉਹਨਾਂ ਦੇ ਸਾਹਮਣੇ ਸੀ। ਇਹ ਵਿਰਾਸਤ ਸੀ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣੇ ਪਰਿਵਾਰ, ਗੁਰੂ ਦਰਬਾਰ, ਗੁਰਮਤਿ ਦੇ ਮਾਹੌਲ ਵਿੱਚੋਂ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।